एकता जिंदाबाद, किसान मजदूर एकता जिंदाबाद। सत्कारयोग साध संगत जी, निमरता सहित आपको फतेह अर्ज करते हैं। वाहिगुरू जी का खालसा, वाहिगुरू जी की फतेह। अज साडी पार्टी को बहुत खुशी है कि दल खालसा के मोहतमेर कंवरपाल सिंह जी साडे विच मौजूद हैगे है और होर भी सारे सीनियर लीडर इत्थे बाबा बकाला जिथे बाबा मक्खन शाह लबाणे ने नौवें पातशाह नूं प्रगट किया सीगा, उस धरती के उत्ते अज असीं इत्थे अपना 7वां जत्था बीबियां दा दिल्ली तोड़ रहे हैं। इसदा मकसद है कि जिहड़े नौजवानों के उत्ते लाल किले के उत्ते निशान साहब चढ़ाए है, उन्हां दे उत्ते मुकदमे करते हैं, किसानों की फड़ो फड़ाई करती है। किसानों का जिहड़ा मोर्चा है वो थोड़ा जिहा कमज़ोर हुंदा दिखता है। असीं चाहुंदे हैं कि ये मोर्चा फतेह होवे ते सरकार जिहड़े पिंड मां दे जुगराज सिंह ने ते तलवंडी शोभा सिंह ने, जगतार सिंह ने, गुरजंट सिंह ने, निशान साहब लाल किले के उत्ते चढ़ाई सीगे, वो अज इतिहास के विच लिखे जाण ते उन्हां दे उत्ते जिहड़े मुकदमे चल रहे हैं वो खारिज होण। जिस करके निशान साहब सानू 6वें पातशाह ने दिते है। इस तो पहला कोई भी गैर मुसलमान श्री साहब नहीं सी फड़ सकता, बाज नहीं सी रख सकता, सिर ते कलगी नहीं सी सजा सकता। और ये सारा कुछ मीरी पीरी सानू असूल दिते 6वें पातशाह ने। निशान साहब साडी सिख कौम के सत्कारयोग निशान ने, जिन्हां दा रोज आपां अरदास दे विच जिक्र करते हैं, झंडे बूंगे जुग जुग टल। निशान साहब की परंपरा ये है कि जदों भी फौजां सिखां दी चढ़ाई करती हैं तो पहला निशान साहब चलते हैं, उस तो मगरों गुरु ग्रंथ साहब की सवारी हुंदी है, उस तो मगरों फौज पिछे लगती है। इस करके जदों चीन लद्दाख दे विच अगे वध रहा सी ते बीजेपी RSS मोदी की सरकार ने सिख फौज लद्दाख दे विच भेजती। अपनी रस्म के मुताबिक लद्दाख दे विच सिख फौजां ने जिथे जिथे उन्हां दीयां ड्यूटियां सी चीन की फौज के मूहरे उत्थे जाके निशान साहब चढ़ाते और उत्थे ही चीनियां का हमला खत्म हो गया। तो मेरा कहने का मतलब है कि जे यही सरकार निशान साहब नूं समझदी है कि लद्दाख दे विच चढ़ाया जाए तो फिर जे लाल किले के उत्ते सिखां ने लाल निशान साहब चढ़ाता है तो फिर मेरा मतलब इसका जुर्म काहदा बनता है। पहली बारी निशान साहब भाई बघेल सिंह ने 11 मार्च 1783 ਦੇ ਵਿੱਚ ਚੜਾਇਆ ਸੀ, ਜਦੋਂ ਉਹਨਾਂ ਨੇ ਦਿੱਲੀ ਫਤਿਹ ਕੀਤੀ ਸੀ। ਇਹ ਫਤਿਹ ਦਾ ਨਿਸ਼ਾਨ ਹੈ।
ਹੁਣ ਇੱਥੇ ਕਈ ਬੁਲਾਰਿਆਂ ਨੇ ਕਿਹਾ ਕਿ ਇਹ ਜਥੇ ਵੱਡੇ ਕੀਤੇ ਜਾਣ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਹਾਲ ਅੱਜ ਉਹ ਸਿੱਖ ਕੌਮ ਨੇ ਕੀਤਾ ਹੋਇਆ ਹੈ ਜਿਵੇਂ ਭਾਈ ਮੰਡੀਆਂ ਬੈਠ ਗਈਆਂ ਸੀ ਔਰ ਸਿੱਖ ਕੌਮ ਉਹਨਾਂ ਨੂੰ ਅੱਗੇ ਲਾਉਂਦੀ ਸੀ। ਇਹ ਭਾਈ ਮੱਖਣ ਸ਼ਾਹ ਨੇ ਗੁਰੂ ਸਾਹਿਬ ਨੂੰ ਪ੍ਰਗਟ ਕਰਾਇਆ ਤਾਂ ਜਾ ਕੇ ਸਿੱਖਾਂ ਦੇ ਮੋਰਚੇ ਸਫਲ ਹੋਣ ਲੱਗੇ। ਹੁਣ ਜੇ ਆਪਾਂ ਨੇ ਬਾਦਲਾਂ ਨੂੰ, ਆਮ ਆਦਮੀ ਪਾਰਟੀ, ਕਾਂਗਰਸ ਨੂੰ ਤੇ ਹੋਰਾਂ ਨੂੰ ਵੋਟਾਂ ਪਾਉਣੀਆਂ, SGPC ਆਪਣੇ ਕੋਲੇ ਹੈ ਨਹੀਂ। ਜਿੰਨਾ ਚਿਰ SGPC ਨਹੀਂ ਹੈ ਉਨਾ ਚਿਰ ਸਾਡੇ ਕੋਲੇ ਇੰਨੀ ਸ਼ਕਤੀ ਨਹੀਂ ਹੈ ਕਿ ਅਸੀਂ ਮੋਰਚੇ ਜਿਹੜੇ ਜਾਂਦੇ ਹੈ ਉਹਨਾਂ ਦੇ ਵਿੱਚ ਵੱਡੇ ਕਰ ਸਕੀਏ। ਜਿੰਨੀ ਸਾਡੇ ਵਿੱਚ ਗੁੰਜਾਇਸ਼ ਹੈ ਉਹ ਤੁਹਾਡੇ ਸਾਹਮਣੇ ਹੋ ਰਹੀ ਹੈ। ਜਿੱਥੇ ਸੁਖਬੀਰ ਸਿੰਘ ਜਾਊਗਾ, ਬਾਦਲ ਜਾਊਗਾ, ਆਮ ਆਦਮੀ ਪਾਰਟੀ ਜਾਊ, ਕਾਂਗਰਸ ਜਾਊਗੀ, ਉੱਥੇ ਤਾਂ ਆਪਾਂ ਸ਼ਾਮਲ ਹੁੰਦੇ ਹਾਂ। ਪਰ ਜੇ ਵੋਟ ਆਪਾਂ ਇਹਨਾਂ ਲੋਕਾਂ ਨੂੰ ਪਾਉਂਦੇ ਹਾਂ ਤੇ ਸਾਨੂੰ ਉਮੀਦ ਵੀ ਰੱਖਣੀ ਚਾਹੀਦੀ ਹੈ ਕਿ ਇਹ ਅੱਗੇ ਲੱਗਣ। ਅੱਜ ਇਹ ਮੋਰਚੇ SGPC ਜ਼ਿੰਮੇਵਾਰ ਹੁੰਦੀ ਹੈ ਮੋਰਚੇ ਦਾ। ਮੋਰਚੇ ਦੇ ਵਿੱਚ ਖਰਚ ਵੀ ਹੁੰਦੇ ਹੈ, ਵਕੀਲਾਂ ਨੂੰ ਵੀ ਕਰਨਾ ਪੈਂਦਾ ਹੈ। ਜਿਹੜੇ ਮੋਰਚੇ ਦੇ ਵਿੱਚ ਜਾਂਦੇ ਹੈ ਉਹਨਾਂ ਦੇ ਘਰਾਂ ਦੇ ਵਿੱਚ ਰਾਸ਼ਨ ਪਾਣੀ ਵੀ ਭੇਜਣਾ ਪੈਂਦਾ ਹੈ। ਇਹੋ ਜਿਹੀ ਚੀਜ਼ ਸਿਰਫ SGPC ਕਰ ਸਕਦੀ ਹੈ। ਜੇ ਅੱਜ ਸਿੱਖ ਸੰਗਤ ਇਹ ਨਾ ਬੋਲੇ ਕਿ 5 ਸਾਲ ਉੱਤੇ ਚੱਲ ਰਹੀ ਹੈ SGPC ਦੀ ਕਮੇਟੀ ਤੇ ਅਜੇ ਵੋਟਾਂ ਪੈ ਨਹੀਂ ਰਹੀਆਂ ਤੇ ਮਾਤਾ ਜਗੀਰ ਕੌਰ ਜੀ ਤੇ ਬਾਦਲ ਦਲੀਏ ਉੱਥੇ ਨਰੈਣੂ ਮਹੰਤ ਬਣ ਕੇ ਸਾਰੀ SGPC ਨੂੰ ਚਲਾ ਰਹੇ ਹੈ ਤੇ ਫਿਰ ਉਹਨਾਂ ਦਾ ਫਰਜ਼ ਬਣਦਾ ਹੈ ਕਿ ਮੋਰਚੇ ਵੱਡੇ ਕਰੋ। ਇਹਦੇ ਪਿੱਛੇ SGPC ਸਿੱਖਾਂ ਨੇ 1925 ਦੇ ਵਿੱਚ ਪੈਦਾ ਕੀਤੀ ਸੀ, ਸਿੱਖਾਂ ਦੀ ਪਾਰਲੀਮੈਂਟ, ਜਿਹਨੂੰ ਸਾਰੇ ਇਖਤਿਆਰ ਦਿੱਤੇ ਹੋਏ ਸੀ। ਪਰ ਜੇ ਸਿੱਖ ਕੌਮ ਨੇ ਅੱਜ ਸਿੱਖੀ ਤੋਂ ਮੂੰਹ ਦੂਜੇ ਪਾਸੇ ਕਰ ਲਿਆ ਤਾਂ ਫਿਰ ਸਾਡੇ ਯਤਨ ਨੇ, ਜਿੰਨੇ ਯਤਨ ਅਸੀਂ ਕਰ ਸਕਦੇ ਹਾਂ ਉਹ ਕਰ ਰਹੇ ਹਾਂ। ਫਿਰ ਇੱਥੇ ਗੱਲ ਹੋਈ ਹੈ ਕਿ ਅੰਗਰੇਜ਼ਾਂ ਤੋਂ ਅਸੀਂ ਆਜ਼ਾਦੀ ਲਈ ਹੈ। ਬਹੁਤ ਅੱਛੀ ਗੱਲ ਹੁੰਦੀ ਹੈ ਆਜ਼ਾਦੀ ਦੀ, ਪਰ ਜਦੋਂ ਲੀਡਰ ਪੜ੍ਹੇ ਲਿਖੇ ਨਾ ਹੋਣ, ਉਹਨਾਂ ਨੂੰ ਗਿਆਨ ਨਾ ਹੋਵੇ, ਉਹ ਘੋੜੇ ਦੀ ਲਗਾਮ ਆਪਣੇ ਦੁਸ਼ਮਣ ਨੂੰ ਫੜਾ ਦਿੰਦੇ ਹੈ। ਅੰਗਰੇਜ਼ ਮਾੜਾ ਨਹੀਂ ਹੈ। ਅੱਜ ਜਿੰਨੇ ਵੀ ਤੁਸੀਂ ਇੱਥੇ ਖੜੇ ਹੋ ਸਾਰੇ ਤੁਸੀਂ ਅੱਜ ਅੰਗਰੇਜ਼ਾਂ ਦੇ ਮੁਲਕਾਂ 'ਚ ਜਾਣ ਨੂੰ ਤਿਆਰ ਹੋ। ਕੈਨੇਡਾ, ਅਮਰੀਕਾ, ਵਲਾਇਤ, ਜਰਮਨ। ਆਪਣੇ ਲੀਡਰਾਂ ਨੇ ਸਾਡੇ ਨਾਲ 1947 ਦੇ ਵਿੱਚ ਗੱਦਾਰੀ ਕੀਤੀ ਹੈ। ਅੰਗਰੇਜ਼ਾਂ ਨੂੰ ਮੰਦਾ ਨਾ ਕਹੋ। ਅੱਜ ਜੇ ਅੰਗਰੇਜ਼ ਹੁੰਦਾ ਤੇ ਅਸੀਂ ਹਿੰਦੂ ਤੇ ਮੁਸਲਮਾਨ ਦੇ ਬਰਾਬਰ ਹੋਣਾ ਸੀ। ਸਮਝੀਏ, ਅੰਗਰੇਜ਼ ਚਲਿਆ ਗਿਆ। ਸਿੱਖ ਜਿਹੜਾ ਇੰਡੀਆ 'ਚ ਹੈ ਉਹ ਹਿੰਦੂ ਦੇ ਗੁਲਾਮ ਹੈ। ਜਿਹੜਾ ਸਿੱਖ ਪਾਕਿਸਤਾਨ 'ਚ ਹੈ ਉਹ ਮੁਸਲਮਾਨ ਦੇ ਗੁਲਾਮ ਹੈ। ਪਰ ਜੇ ਅੰਗਰੇਜ਼ ਹੁੰਦਾ, ਹਿੰਦੂ ਵੀ ਗੁਲਾਮ ਸੀ, ਮੁਸਲਮਾਨ ਵੀ ਗੁਲਾਮ ਸੀ ਤੇ ਸਿੱਖ ਵੀ ਗੁਲਾਮ ਸੀ ਤੇ ਗੁਲਾਮੀ ਦੇ ਵਿੱਚ ਅਸੀਂ ਬਰਾਬਰ ਸੀਗੇ। ਅੱਜ ਅਸੀਂ ਬਰਾਬਰ ਨਹੀਂ ਹੈ। ਅੱਜ ਹਿੰਦੂਤਵਾ ਦਾ ਰਾਜ ਹੈ ਔਰ ਅੱਜ ਮੋਦੀ ਤੇ BJP ਕਹਿੰਦੀ ਹੈ ਕਿ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ ਬੁੱਤ ਦਿੱਲੀ ਦੇ ਵਿੱਚ ਲਾਉਣਾ ਹੈ।
ਸਿੱਖ ਬੁੱਤ ਪੂਜਾ ਨਹੀਂ ਕਰਦੇ ਹੈਗੇ, ਨਾ ਤਸਵੀਰ ਲਾਉਂਦੇ ਹੈ ਮਹਾਰਾਜ ਦੇ। ਜਿੱਥੇ ਮਹਾਰਾਜ ਬਿਰਾਜਮਾਨ ਹੋਣ, ਜਦੋਂ ਤੁਸੀਂ ਮੈਨੂੰ ਵੋਟਾਂ ਪਾ ਕੇ 1999 ਦੇ ਵਿੱਚ ਰਿਹਾ ਕਰਵਾਇਆ ਸੀ, ਮੈਂ ਦਿੱਲੀ ਪ੍ਰੈਸ ਕਾਨਫਰੰਸ ਕੀਤੀ ਸੀ। ਹਿੰਦੂਤਵ ਦੇ ਲੋਕਾਂ ਨੇ ਮੁਸਲਮਾਨ ਪੱਤਰਕਾਰਾਂ ਨੂੰ ਚੱਕਿਆ ਹੋਇਆ ਸੀ। ਉਹ ਕਹਿੰਦੇ ਕਿ ਤੁਸੀਂ ਹੁਣ ਮੁਸਲਮਾਨਾਂ ਦੀ ਗੱਲ ਕਰਦੇ ਹੋ, ਪਰ ਦਰਬਾਰ ਸਾਹਿਬ ਦੇ ਵਿੱਚ ਤੁਸੀਂ ਤਾਂ ਮੁਸਲਮਾਨਾਂ ਨੂੰ ਜ਼ਬਰ ਕਰਨ ਦੀਆਂ ਫੋਟੋਆਂ ਲਾਈਆਂ ਹੋਈਆਂ। ਮੈਂ ਕਿਹਾ ਅਸੀਂ ਮੂਰਤੀ ਪੂਜਾ ਦੇ ਵਿੱਚ ਨਹੀਂ ਮੰਨਦੇ। ਅੱਜ ਵੀ ਮੇਰੇ ਨਾਲ ਚੱਲੋ ਦਰਬਾਰ ਸਾਹਿਬ, ਜੇ ਤੁਹਾਨੂੰ ਕੋਈ ਵੀ ਉੱਥੇ ਮੂਰਤੀ ਮਿਲ ਜਾਵੇ। ਜਦੋਂ ਦਰਬਾਰ ਸਾਹਿਬ ਦੇ ਵਿੱਚ ਗੁਰਦੁਆਰਾ ਸਾਹਿਬ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੀ ਯਾਦ ਦੇ ਵਿੱਚ ਉਹਦੀ ਉਸਾਰੀ ਕੀਤੀ ਗਈ ਸੀ। ਉਹਦੇ ਵਿੱਚ ਇੱਕ ਘੜੀ ਲਾਤੀ ਸੀਗੀ, ਵੱਡੀ ਘੜੀ। ਉਹਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੀ ਮੂਰਤੀ ਲੱਗੀ ਹੋਈ ਸੀ। SCPC ਨੇ ਉਸ ਵੇਲੇ ਕਿਹਾ ਕਿ ਮੂਰਤੀ ਨਹੀਂ ਲੱਗ ਸਕਦੀ, ਪਰ ਸਾਰੇ ਜਿਹੜੇ ਸਾਡੇ ਵਰਗੇ ਸੀਗੇ ਸੰਤ ਜਰਨੈਲ ਸਿੰਘ ਨਾਲ ਚੱਲੇ ਹੋਏ, ਉਹ ਕਹਿੰਦੇ ਮੂਰਤੀ ਹੋ ਸਕਦੀ ਹੈ। ਪਰ ਮੈਂ ਕਿਹਾ ਕਿ ਦਰਬਾਰ ਸਾਹਿਬ ਦੇ ਵਿੱਚ ਜਿੱਥੇ ਮਹਾਰਾਜ ਪ੍ਰਕਾਸ਼ ਹੈ, ਉੱਥੇ ਕਿਸੇ ਦੀ ਮੂਰਤੀ ਨਹੀਂ ਲੱਗ ਸਕਦੀ ਹੈਗੀ। ਇਸ ਕਰਕੇ ਉਹ ਘੜੀ ਉਤਾਰੀ ਗਈ ਸੀ। ਸੋ ਅਸੀਂ ਮੂਰਤੀ ਪੂਜਾ ਨਹੀਂ ਕਰਦੇ, ਨਾ ਅਸੀਂ ਬੁੱਤ ਪੂਜਾ ਕਰਦੇ ਹਾਂ। ਪਰ ਅੱਜ SGPC ਕਿਉਂ ਕਰਕੇ BJP RSS ਦੇ ਗੁਲਾਮ ਹੈ। ਇਹਨਾਂ ਨੇ ਇੱਕ ਬਚਨ ਨਹੀਂ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਬੁੱਤ ਅਸੀਂ ਦਿੱਲੀ ਦੇ ਵਿੱਚ ਨਹੀਂ ਲੱਗਣ ਦੇਣਾ। ਮੈਨੂੰ ਬੜੇ ਟੈਲੀਫੋਨ ਆਏ ਕੱਲ ਕਿ ਤੁਸੀਂ ਕਰੋ। ਅਸੀਂ ਕਰਦੇ ਤਾਂ ਹੈ, ਪਰ ਫਿਰ ਤੁਸੀਂ ਸਾਨੂੰ ਵੋਟ ਨਹੀਂ ਪਾਉਂਦੇ। ਅਸੀਂ ਤੋਂ ਖਰਚਾ ਨਹੀਂ ਮੰਗਦੇ, ਕੁਛ ਨਹੀਂ ਪਾਉਂਦੇ। ਵੋਟ ਤੁਸੀਂ ਪਾ ਦਿੰਦੇ ਹੋ ਆਮ ਆਦਮੀ ਪਾਰਟੀ ਨੂੰ। ਛੇਵੇਂ ਪਾਤਸ਼ਾਹ ਨੇ ਜਿਵੇਂ ਮੈਂ ਕਿਹਾ, ਸਿੱਖਾਂ ਨੂੰ ਕਿਰਪਾਨ ਦਿੱਤੀ ਹੈ, ਸ਼ਸਤਰ ਦਿੱਤੇ ਹੈ, ਇਹਨੂੰ ਮਾਰ ਦਿਓ ਐ। ਤੇ ਵੋਟ ਕਿਹਨੂੰ ਪਾਉਂਦੇ ਹੋ? ਝਾੜੂ। ਝਾੜੂ ਨੂੰ ਵੋਟ ਪਾਉਂਦੇ ਹੋ ਤੁਸੀਂ, ਹੈ ਨਾ? ਫਿਰ ਕਹਿੰਦੇ ਹੋ ਕਿ ਮੋਰਚੇ ਵੱਡੇ ਕਰ ਦਿਓ। ਉਹ ਝਾੜੂ ਨੂੰ ਤਾਂ ਖਤਮ ਕਰਤਾ ਮਹਾਰਾਜ ਨੇ, ਗੁਰੂ ਨਾਨਕ ਸਾਹਿਬ ਨੇ ਸਾਰਿਆਂ ਨੂੰ ਬਰਾਬਰਤਾ ਦੇਤੀ। ਤੇ ਵੋਟ ਆਪਾਂ ਪਾਉਂਦੇ ਆ ਝਾੜੂ ਨੂੰ ਜਾ ਕੇ। ਫਿਰ ਜਦੋਂ ਆਪਣੀ ਨਸਲ ਹੀ ਬਦਲ ਗਈ ਹੈ, ਤਾਂ ਫਿਰ ਆਪਾਂ ਵੱਡੇ ਜਥੇ ਕਿਵੇਂ ਭੇਜ ਸਕਦੇ ਹਾਂ? ਤੁਸੀਂ ਆਪ ਦੱਸੋ, ਸਿਆਣੇ ਹੋ ਤੁਸੀਂ, ਹੈ ਨਾ? ਹੁਣ ਆਪਾਂ ਨੇ 9ਵੇਂ ਪਾਤਸ਼ਾਹ ਦਾ 400 ਸਾਲ ਪ੍ਰਕਾਸ਼ ਦਿਵਸ ਮਨਾਉਣਾ ਹੈ। 19 ਤਰੀਕ ਨੂੰ ਸਾਡੀ ਪਾਰਟੀ ਜਿਹੋ ਜਿਹੀ ਹੈ, ਛੋਟੀ ਮੋਟੀ, ਤੁਹਾਨੂੰ ਬੇਨਤੀ ਕਰਦੇ ਹਾਂ ਕਿ ਸ਼ੀਸ਼ਗੰਜ ਗੁਰਦੁਆਰਾ ਸਾਹਿਬ ਦਿੱਲੀ, ਜਿੱਥੇ ਮਹਾਰਾਜ ਨੂੰ ਸ਼ਹੀਦ ਕੀਤਾ ਗਿਆ, ਉੱਥੋਂ ਅਸੀਂ ਚੱਲਾਂਗੇ 19 ਤਰੀਕ ਅਪ੍ਰੈਲ ਦੀ ਨੂੰ। ਹੱਥ ਦੇ ਵਿੱਚ ਸਾਡੇ ਨਿਸ਼ਾਨ ਸਾਹਿਬ ਹੋਣਗੇ। ਅਸੀਂ ਉੱਥੋਂ ਮਾਰਚ ਕਰਾਂਗੇ ਲਾਲ ਕਿਲ੍ਹੇ ਨੂੰ, ਜਿੱਥੇ ਉਹ ਮੁਗਲ ਹਕੂਮਤ ਦੇ ਰੰਗਦੇਵ ਨੇ ਹੁਕਮ ਭੇਜੇ ਸੀ ਕਿ ਮਹਾਰਾਜ ਨੂੰ ਸ਼ਹੀਦ ਕੀਤਾ ਜਾਵੇ। ਮੈਂ ਆਸ ਕਰਦਾ ਕਿ ਉਸ ਦਿਨ ਤੁਸੀਂ ਬਾਦਲ ਨੂੰ, ਕਾਂਗਰਸ ਨੂੰ, ਆਮ ਆਦਮੀ ਪਾਰਟੀ ਨੂੰ ਭੁੱਲ ਕੇ ਤੁਸੀਂ ਸ਼ੀਸ਼ਗੰਜ ਗੁਰਦੁਆਰਾ ਸਾਹਿਬ ਇੱਕ ਦਿਨ ਪਹਿਲਾਂ ਪਹੁੰਚ ਜਾਓ। ਜੇ ਤਾਂ ਤੁਹਾਨੂੰ ਚਾਅ ਹੈ ਸਿੱਖੀ ਦਾ,
ਜਿਵੇਂ ਮੈਨੂੰ ਲੱਗਦਾ ਅੱਜ ਜਮਹੂਰੀਅਤ ਦਾ ਰਾਜ ਹੈ, ਅਮਨ ਪਸੰਦ ਤਰੀਕੇ ਦੇ ਨਾਲ ਸ੍ਰੀ ਸਾਹਿਬ ਦੇ ਸ਼ਸਤਰਾਂ ਦੇ ਨਾਲ ਨਹੀਂ, ਅਮਨ ਪਸੰਦ ਤਰੀਕੇ ਦੇ ਨਾਲ ਵੋਟ ਪਾ ਕੇ ਤਖਤ ਡੇਗੇ ਜਾਂਦੇ ਆ। ਤੇ ਜੇ ਅਮਨ ਪਸੰਦ ਤਰੀਕੇ ਦੇ ਨਾਲ ਤਖਤ ਠੋਕਦੇ ਹੀ ਜੇ ਹੈ ਤੇ ਫਿਰ ਉੱਥੋਂ ਇੱਕ ਸੜੀ ਹੋਈ ਪਰਚੀ ਨਹੀਂ ਪਾਈ ਜਾਂਦੀ ਆਪਣੇ ਰਾਜ ਦੇ ਲਈ, ਖਾਲਿਸਤਾਨ ਦੇ ਲਈ, ਦਿੱਲੀ ਚੱਲਣ ਦੇ ਲਈ ਕਿਉਂ ਨਹੀਂ ਪਾਈ ਜਾਂਦੀ? ਇਹ ਅੱਜ ਰਾਤ ਨੂੰ ਜਦੋਂ ਸੌਂਦੇ ਆ ਉਦੋਂ ਦਿਨ ਦਾ ਸਾਰਾ ਕੀਤਾ ਕਰਾਇਆ ਆਪਾਂ ਕੱਟਾ ਕੱਟੀ ਕੱਢਦੇ ਆ। ਅੱਜ ਰਾਤ ਨੂੰ ਕੱਢਿਓ ਕਿ ਕਿਹੜੇ ਪਾਸੇ ਆਪਾਂ ਚੱਲੇ ਹੋਏ ਆ, ਆਪਾਂ ਅੱਜ ਪੰਥ ਦੇ ਨਾਲ ਕਿਉਂ ਨਹੀਂ ਹੈ। ਸਰਦਾਰ ਸੁਖਬੀਰ ਸਿੰਘ ਉਸ ਨੂੰ ਕੋਵਿਡ ਦੀ ਬਿਮਾਰੀ ਹੋ ਗਈ ਸੀ, ਉਹ ਦਿੱਲੀ ਦੇ ਹਸਪਤਾਲ ਨੇ ਗੁੜਗਾਉਂ ਦੇ ਹਸਪਤਾਲ ਦੇ ਵਿੱਚ ਜਾ ਕੇ ਉਸ ਨੇ ਇਲਾਜ ਕਰਾਇਆ। ਉਸ ਨੂੰ ਦਵਾਈ ਉਹ ਦਿੱਤੀ ਗਈ ਜਿਹੜੀ ਖਾਸ ਅਮਰੀਕਾ ਤੋਂ ਆਈ ਹੈ। ਪੈਸਾ ਹੈ, ਬੀਜੇਪੀ ਹੈ, ਜਿਹੜਾ ਡੋਨਲਡ ਟਰੰਪ ਪ੍ਰਧਾਨ ਨੂੰ, ਜਦੋਂ ਅਮਰੀਕਾ ਦੇ ਪ੍ਰਧਾਨ ਨੂੰ ਕਰੋਨਾ ਹੋ ਗਿਆ ਸੀ, ਉਸ ਦਵਾਈ ਦਾ ਉਹਨੂੰ ਟੀਕਾ ਦਿੱਤਾ ਗਿਆ ਸੀ। ਅੱਜ ਸੁਖਬੀਰ ਸਿੰਘ ਤਾਂ ਬਾਹਰ ਨਿਕਲਿਆ ਕਿ ਉਸ ਨੂੰ ਉਹ ਟੀਕਾ ਲਗਾਇਆ ਗਿਆ। ਪੰਥ ਦਾ ਅਸੂਲ ਕੀ ਹੈ? ਮੈਂ ਮਰਾਂ ਪੰਥ ਜਿਉਏ। ਪਰ ਜਿਨ੍ਹਾਂ ਨੂੰ ਤੁਸੀਂ ਵੋਟਾਂ ਪਾਉਂਦੇ ਹੋ ਉਹਨਾਂ ਦਾ ਅਸੂਲ ਹੈ ਮੈਂ ਜਿਉਵਾਂ ਪੰਥ ਮਰੇ, ਪੰਥ ਉਜੜੇ। ਸੋ ਮੇਰਾ ਮਤਲਬ ਹੈ ਜਿੰਨਾ ਚਿਰ ਸਾਡੇ ਦਿਮਾਗ ਦੇ ਵਿੱਚ ਅਸੀਂ ਕੋਈ ਇਸ ਨੂੰ ਠੀਕ ਨਹੀਂ ਕਰਦੇ, ਉਨਾ ਚਿਰ ਆਪਾਂ ਅੱਗੇ ਨਹੀਂ ਵੱਧ ਸਕਦੇ। ਮਾਤਾ ਜਗੀਰ ਕੌਰ ਜੀ ਪ੍ਰਧਾਨ ਨੇ SCPC ਦੇ, ਉਹ ਸਾਨੂੰ ਪੁੱਛ ਰਹੇ ਸੀ ਕਿ ਮੇਰੇ ਪਿੰਡ ਮੀਟਿੰਗ ਕਿਉਂ ਕਰ ਰਹੇ ਹੋ ਬੇਗੋਵਾਲ ਕੱਲ। ਅਸੀਂ ਆਖਿਆ ਮਾਤਾ ਜੀ ਸਾਡਾ ਤੁਹਾਡੇ ਨਾਲ ਬੈਰ ਕੋਈ ਨਹੀਂ ਹੈ। ਜਿਹੜੇ 328 ਸਰੂਪ ਮਹਾਰਾਜ ਦੇ ਤੁਹਾਡੇ SCPC ਵਾਲਿਆਂ ਨੇ ਵੇਚਤੇ ਹੈ, ਗੁੰਮ ਕਰਤੇ ਹੈ, ਚੋਰੀ ਕਰ ਲਏ ਹੈ, ਉਹਦੀ ਤਫਤੀਸ਼ ਤੁਸੀਂ ਸਰਕਾਰ ਤੋਂ ਕਰਾਓ। ਮਾਤਾ ਜੀ ਨੇ ਜਵਾਬ ਦਿੱਤਾ ਕਿ ਸਿੱਖ ਕਦੇ ਸਰਕਾਰ ਨੂੰ ਨਹੀਂ ਦਿੰਦੇ ਹੁੰਦੇ ਕੋਈ ਵੀ ਕੇਸ। ਅਸੀਂ ਕਿਹਾ ਮਾਤਾ ਜੀ ਸਰਕਾਰ ਤੋਂ ਜਿਹੜੇ ਤੁਸੀਂ ਗਨਮੈਨ ਲਏ ਹੋਏ ਹੈ, ਮਜੀਠੀਆ ਸਾਹਿਬ ਦੇ ਕੋਲੇ 100 ਗਨਮੈਨ ਹੈ, ਬਾਦਲ ਸਾਹਿਬ ਦੇ ਕੋਲੇ 500 ਗਨਮੈਨ ਹੈ, ਸੁਖਬੀਰ ਸਿੰਘ ਕੋਲੇ 500 ਗਨਮੈਨ ਹੈ। ਮੇਰਾ ਕਹਿਣ ਦਾ ਮਤਲਬ ਹੈ ਫਿਰ ਤੁਸੀਂ ਸਰਕਾਰ ਤੋਂ ਜੇ ਕੋਈ ਚੀਜ਼ ਨਹੀਂ ਮੰਗਦੇ ਫਿਰ ਤੁਸੀਂ ਸਾਰੇ ਜਥੇਦਾਰ ਸਰਕਾਰ ਦੇ ਗਨਮੈਨਾਂ ਦੇ ਨਾਲ ਕਿਉਂ ਘਿਰੇ ਹੋਏ ਹੋ? ਸੋ ਸਾਧ ਸੰਗਤ ਜੀ, ਇਹ ਚੀਜ਼ਾਂ ਪੁਰਾਣੇ ਜ਼ਮਾਨੇ ਦੀਆਂ ਜੋ ਇਹ ਲੋਕ ਕਰਦੇ ਹੈ। ਅਸੀਂ ਚਾਹੁੰਦੇ ਹਾਂ ਜੇ ਤੁਸੀਂ ਅੱਜ ਅਮਰੀਕਾ, ਕੈਨੇਡਾ, ਬਲੈਤ ਜਾਣਾ ਚਾਹੁੰਦੇ ਹੋ ਕਿ ਤੁਹਾਨੂੰ ਪੱਛੜਪੁਣੇ ਤੋਂ ਕੱਢ ਕੇ ਨਵੇਂ ਯੁੱਗ ਦੇ ਵਿੱਚ ਲੈ ਕੇ ਆਈਏ। ਪਰ ਜੇ ਪੁਰਾਣੇ ਯੁੱਗ ਦੇ ਵਿੱਚ ਰਹਿਣਾ ਫਿਰ ਚੀਜ਼ਾਂ ਨਹੀਂ ਮਿਲਦੀਆਂ ਹੁੰਦੀਆਂ, ਨਾਲੇ ਰਾਜ ਭਾਗ ਤੇ ਨਾਲੇ ਵੋਟਾਂ ਦੁਸ਼ਮਣਾਂ ਨੂੰ। ਸੋ ਮੈਂ ਬੇਨਤੀ ਕਰਦਾ ਕਿ ਤੁਸੀਂ ਸਾਰੀ ਚੀਜ਼ ਸਮਝ ਗਏ ਹੋ ਕਿ ਇਹ ਬੀਬੀਆਂ ਨਿਸ਼ਾਨ ਸਾਹਿਬ ਦੇ ਲਈ ਦਿੱਲੀ ਦੇ ਵਿੱਚ
ਆਪਣੀਆਂ ਗ੍ਰਿਫਤਾਰੀਆਂ ਕਿਉਂ ਦੇ ਰਹੀ ਹੈ? ਵਿਸਾਖੀ ਆ ਗਈ ਹੈ। ਸਿੱਖ ਕੌਮ ਸ਼ੁਰੂ ਤੋਂ ਵਿਸਾਖੀ ਦਾ ਦਿਹਾੜਾ, ਇਹ ਦਿਨ ਕਿੱਥੇ ਮਨਾਉਂਦੀ ਹੁੰਦੀ ਹੈ? ਕੋਈ ਹੱਥ ਖੜਾ ਕਰਕੇ ਦੱਸ ਸਕਦਾ ਹੈ? ਕੇਸਗੜ੍ਹ ਸਾਹਿਬ, ਹੈਂ? ਕੇਸਗੜ੍ਹ ਸਾਹਿਬ, ਪੰਜਾ ਸਾਹਿਬ, ਪੰਜਾ ਸਾਹਿਬ। ਸਾਡੇ ਕੋਲੇ ਪੰਜਾ ਸਾਹਿਬ ਨਹੀਂ ਹੈ। ਹੁਣ ਤਲਵੰਡੀ ਸਾਬੋ ਕਰ ਲਿਆ, ਪਿੱਛੇ ਨੂੰ ਆ ਗਏ ਹੈ। ਪਿੱਛੇ ਨੂੰ ਸਿੱਖ ਅੱਗੇ ਨੂੰ ਜਾਂਦਾ ਹੁੰਦਾ। ਹੁਣ ਪਾਕਿਸਤਾਨ ਜਥਾ ਜਾਊਗਾ ਕਿ ਨਹੀਂ, ਇਹ ਸਿੱਖ ਧਰਮ ਦਾ ਤੇ ਮਜ਼ਹਬ ਦਾ ਕੰਮ ਹੈ। ਜਿਹੜਾ ਹਿੰਦੂਤਵਾ ਦੇ ਹਿੰਦੂ ਬੈਠੇ ਆ ਦਿੱਲੀ ਦੇ ਵਿੱਚ, ਉਹਦਾ ਫੈਸਲਾ ਨਹੀਂ ਕਰ ਸਕਦੇ। ਮੁਸਲਮਾਨ ਫੈਸਲਾ ਕਰੂਗਾ, ਮੁਸਲਮਾਨ ਨੇ ਮੱਕੇ ਜਾਣਾ ਕਿ ਨਹੀਂ ਜਾਣਾ। ਹਿੰਦੂ ਫੈਸਲਾ ਕਰੂਗਾ, ਹਿੰਦੂ ਨੇ ਕੈਲਾਸ਼ ਪਰਬਤ ਜਾਣਾ ਹੈ, ਅਮਰਨਾਥ ਜਾਣਾ ਹੈ, ਨਹੀਂ ਜਾਣਾ। ਪਰ ਜੇ ਵਿਸਾਖੀ ਤੇ ਪੰਜਾ ਸਾਹਿਬ ਸਿੱਖ ਨੇ ਜਾਣਾ ਹੈ, ਫਿਰ ਸਿੱਖ ਉਸ ਦਾ ਫੈਸਲਾ ਕਰੂਗਾ। ਹੁਣ ਸਮਝ ਗਏ ਹੋ ਕਿ ਕਿਵੇਂ ਤੁਸੀਂ ਅੱਜ ਹਿੰਦੂ ਦੇ ਗੁਲਾਮ ਹੋ। ਇਹਨੂੰ ਕਿਵੇਂ ਨਿਕਲਣਾ? ਮੈਂ ਨਹੀਂ ਕਹਿੰਦਾ ਕਿ ਬੰਦੂਕਾਂ ਫੜ ਕੇ ਕਮਾਦਾਂ 'ਚ ਵੜ ਜਾਓ। ਮੈਂ ਕਹਿੰਦਾ ਵੋਟ ਪਾਓ, ਸਮਾਗਮਾਂ ਤੇ ਜਾਓ, ਝਾੜੂ ਤੇ ਆ ਤਕੜੀ ਛਕੜੀ ਤੇ ਪੰਜੇ ਨੂੰ ਦਿਓ ਛੱਡ। ਹੁਣ ਮਹਾਰਾਜ ਵੀ ਕਹਿੰਦੇ ਆ ਬਸ ਕਰ, ਮੀਂਹ ਆ ਗਿਆ। ਮੈਂ ਫਿਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਹੁਣ ਆਪਾਂ ਇਹਨਾਂ ਦੀ ਅਰਦਾਸ ਅੰਦਰ ਜਾ ਕੇ ਕਰਾਂਗੇ। ਹੁਣ ਮਲੇਰ ਸਾਹਿਬ ਨੂੰ ਕਹਿਣਾ, ਬੀਬੀ ਕੁਲਵੰਤ ਕੌਰ, ਸਾਰੀਆਂ ਬੀਬੀਆਂ ਅੱਗੇ ਲੱਗਣੀ। ਇੱਕ ਮਿੰਟ, ਮੈਂ ਸੌਂਤੀ ਸਾਹਿਬ ਦਾ ਤੇ ਰਣਦੀਪ ਜੀ ਦਾ ਸਾਰਿਆਂ ਦਾ ਧੰਨਵਾਦ ਹੈ।